ਉਦੋਂ ਇਹਨਾਂ ਨਾਲ ਇਹੀ ਗੱਲਬਾਤ ਹੋਈ, ਕਹਿੰਦੇ ਵੀ ਜਿਹੜੀ ਬਾਕੀ ਪੇਮੈਂਟ ਰਹਿ ਗਈ ਤੁਸੀਂ ਸਾਨੂੰ ਪੋਜੈਸ਼ਨ ਤੇ ਦੇ ਦਿਓ। ਅਸੀਂ ਉਹਦਾ ਚੈੱਕ ਲੈ ਕੇ ਇਹਨਾਂ ਕੋਲ ਜਾਂਦੇ ਰਹੇ ਕਿ ਤੁਸੀਂ ਸਾਨੂੰ ਇਹਦਾ ਪੋਜੈਸ਼ਨ ਦੇ ਦਿਓ। ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਫਲੈਟ ਕੰਮ ਚੱਲ ਰਿਹਾ ਕਿ ਪੋਜੈਸ਼ਨ ਦੇਣ ਲੱਗ ਗਏ, ਉਹਦੇ ਮੁਤਾਬਕ ਅਸੀਂ ਇਹਨਾਂ ਕੋਲ ਜਾਂਦੇ ਰਹੇ। ਤੇ ਫਿਰ ਇਹਨਾਂ ਨੇ ਇਹੀ ਗੱਲ ਰੱਖੀ, ਉਦੋਂ ਤੱਕ ਸਾਨੂੰ ਡਿਸਕਲੋਜ਼ ਨਹੀਂ ਕੀਤਾ ਕਿ ਅਸੀਂ ਤੁਹਾਡਾ ਫਲੈਟ ਕੈਂਸਲ ਕਰਤਾ। ਕਿਉਂਕਿ ਇੱਦਾਂ ਥੋੜ੍ਹੀ ਹੁੰਦਾ ਜੀ, ਜਦੋਂ ਐਗਰੀਮੈਂਟ ਹੁੰਦਾ ਤੁਹਾਨੂੰ ਪੇਮੈਂਟ ਦੇ ਰਹੇ ਨੇ ਜਿਹਦੇ ਮੁਤਾਬਕ ਜੋ ਵੀ ਤੁਹਾਡੀ ਡੀਲ ਹੋਈ ਹੈ ਅਸੀਂ ਉਸੇ ਡੀਲ 'ਤੇ ਖੜ੍ਹੇ ਨੇ, ਤੇ ਅੱਜ ਤੁਸੀਂ ਬਿਨਾਂ ਇਨਫੋਰਮੇਸ਼ਨ ਤੋਂ ਕਿਸੇ ਨੂੰ ਚੱਕ ਕੇ ਕੈਂਸਲ ਕਰ ਦਿਓ। 29/9/2015 ਨੂੰ ਜਦੋਂ ਬੁਕਿੰਗ ਫਾਰਮ ਕੀਤਾ ਉਦੋਂ 10 ਲੱਖ ਰੁਪਇਆ ਲੈ ਲਿਆ। ਇੱਕ ਸਾਲ 2 ਮਹੀਨੇ ਉਹ ਆਪਣੀਆਂ NOCs ਕਿਉਂਕਿ ਮਾਈਟ ਵੀ ਨਹੀਂ ਹੋਣਗੀਆਂ, ਤਦੇ ਐਗਰੀਮੈਂਟ ਨਹੀਂ ਤਾਂ ਉਸੇ ਦਿਨ ਕਰਨਾ ਬਣਦਾ ਸੀ। ਕਿੰਨੇ ਸਮੇਂ 'ਚ ਪੋਜੈਸ਼ਨ ਦੇਣੀ ਸੀਗੀ? ਪੋਜੈਸ਼ਨ ਦੇਣੀ ਸੀ 36 ਮਹੀਨੇ ਦੇ ਅੰਦਰ ਅੰਦਰ। ਠੀਕ ਹੈ। 36 ਮਹੀਨੇ ਸ਼ੁਰੂ ਉਦੋਂ ਤੋਂ ਹੋਣੇ ਸੀ ਜਦੋਂ ਤੋਂ ਐਗਰੀਮੈਂਟ ਹੋਇਆ। ਐਗਰੀਮੈਂਟ ਹੋਇਆ 19/11/2016 ਚ, 15/11/2016 ਰਸੀਦ ਤੇ। ਹਾਂ, ਇਹਨਾਂ ਨੇ ਕਿਹਾ ਵੀ ਤੁਸੀਂ ਇਹ ਡੇਟ ਗਲਤ ਪਾਤੀ। ਉਹਨੇ ਪੈਨ ਦੇ ਨਾਲੇ ਚੇਂਜ ਕਰਤੀ, ਅਮਾਉਂਟ 'ਚ ਚੇਂਜ ਨਹੀਂ ਕੀਤਾ, ਸਿਰਫ ਡੇਟ 'ਚ ਚੇਂਜ ਕੀਤਾ। ਉਹ ਕਰਤੀ 15/11/2016 ਕਿ ਗਲਤੀ ਨਾ ਪਈ, ਵੀ ਗਲਤੀ ਨਾਲ ਪੈ ਗਈ। ਉਹ ਰਸੀਟ ਓਰੀਜਨਲ ਸਾਡੇ ਕੋਲ ਸੀਗੀ। ਕੀ ਪਤਾ ਸੀ ਵੀ ਇਹਦੀ ਇੰਟੈਂਸ਼ਨ ਮੈਲਾਫਿਡੀ ਹੈ, ਉਦੋਂ ਉਸ ਟਾਈਮ ਤਾਂ ਨਹੀਂ ਪਤਾ ਸੀ। ਕੁਛ ਕਿ ਇਹ ਫਲੈਟ ਕਿਉਂਕਿ ਇੰਨੀ ਤੇਜ਼ੀ ਨਾਲ ਬਣਾਏ ਜਾਂ ਆਈ ਡੋਂਟ ਨੋ ਟਾਈਮ ਪੀਰੀਅਡ ਤਾਂ ਪਿੱਛੇ ਸੀ। ਮੀਨਵਾਈਲ ਕੀ ਹੋਇਆ ਉੱਥੇ, ਮਤਲਬ ਸਿਤਾਰਿਆਂ ਨੇ ਜਦੋਂ ਉੱਗੇ ਪੰਜਾਬੀ ਇੰਡਸਟਰੀ ਦੇ, ਬਾਲੀਵੁੱਡ ਦੇ ਸਿਤਾਰਿਆਂ ਨੇ ਜਦੋਂ ਉੱਥੇ ਮਤਲਬ ਫਲੈਟ ਲਏ ਤਾਂ ਉਹਦੀ ਜਿਹੜੀ ਪ੍ਰਾਈਸ ਆ ਉਹ ਵੱਧ ਗਈ। ਉਹ 1.5 ਕਰੋੜ ਪੌਣੇ 2 ਕਰੋੜ ਰੁਪਏ ਤੱਕ ਦੀ ਕੀਮਤ ਹੋ ਗਈ। ਸਟਾਰਟਿੰਗ 'ਚ ਇਹਨਾਂ ਨੂੰ ਨਹੀਂ ਪਤਾ ਹੋਣਾ। ਉਹ ਹੀ ਟਰਨਡ ਗ੍ਰਿਡੀ। ਉਹਦੀ ਇੰਟੀਮੇਸ਼ਨ ਇਹਨਾਂ ਕੋਲ ਸੀਗੀ ਰਿਕਾਰਡ ਦੇ 'ਚ, ਉੱਥੇ ਨਹੀਂ ਇਹਨਾਂ ਨੇ ਕੋਈ ਨੋਟਿਸ ਦਿੱਤਾ। ਉਹ ਨੋਟਿਸ 3 ਨੋਟਿਸ 1 ਮਹੀਨੇ ਦੇ ਵਿੱਚ ਦੇ ਕੇ 18/2/2017 ਨੂੰ ਇਹ ਲਿਖ ਕੇ ਵੀ ਇਹ ਬੰਦਾ ਅਮਾਊਂਟ ਦੇਣ ਨਹੀਂ ਆ ਰਿਹਾ, ਉਹ ਅਲੋਟਮੈਂਟ ਟਰਮੀਨੇਟ ਕਰਤੀ, ਕੈਂਸਲ ਕਰਤੀ। 31,50,000 ਰੁਪਏ ਜਿਹੜਾ ਪੁਸ਼ਪਿੰਦਰ ਦਾ ਰਹਿੰਦਾ ਸੀ ਉਹ ਚੈੱਕ ਭਰ ਕੇ ਇਹ ਪ੍ਰੋਵਾਈਡ ਕਰਦੇ ਜਾਂਦੇ ਰਹੇ ਵੀ ਤੁਸੀਂ ਅਮਾਊਂਟ ਜਿਹੜੀ ਹੈ ਲੈ ਲਓ, ਸਾਡੇ ਕੋਲ ਅਮਾਊਂਟ ਹੈਗੀ ਹੈ, ਸਾਨੂੰ ਦੇ ਦਿਓ, ਸਾਨੂੰ ਪੋਜੈਸ਼ਨ ਵੀ ਦੱਸ ਦਿਓ ਕਦੋਂ ਦੇਣਾ। ਇਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਹਲੇ ਜਦੋਂ ਬਣ ਜਾਏਗਾ ਤੁਹਾਨੂੰ ਅਸੀਂ ਇੰਟੀਮੇਟ ਕਰਾਂਗੇ। ਇੱਕ ਪਾਸੇ ਕੈਂਸਲ ਕਰਤਾ, ਦੂਜੇ ਪਾਸੇ ਇਹੀ ਕਹਿੰਦੇ ਰਹੇ ਵਰਬਲੀ ਕਿ ਡਿਸਕਲੋਜ਼ ਨਹੀਂ ਕੀਤਾ। ਡਿਸਕਲੋਜ਼ ਤਾਂ ਉਦੋਂ ਕੀਤਾ ਜਦੋਂ ਇਹਨਾਂ ਨੂੰ ਉਹਨੇ ਮਤਲਬ ਫਲੈਟ ਦੇਣ ਤੋਂ ਹੀ ਮਨਾ ਕਰਤਾ। ਫਿਰ ਇਹ ਜਦੋਂ ਮੈਨੂੰ ਹਾਇਰ ਕੀਤਾ ਤੇ ਲੀਗਲ ਨੋਟਿਸ ਭੇਜਿਆ, ਉਹ 'ਚ ਰਿਪਲਾਈ ਆਈ ਵੀ ਉਹ ਤਾਂ ਅਸੀਂ 2017 'ਚ ਕੈਂਸਲ ਕਰਤਾ। ਤੁਹਾਨੂੰ ਕਦੋਂ ਪਤਾ ਲੱਗਦਾ ਇਸ ਗੱਲ ਦਾ? ਪੋਜੈਸ਼ਨ ਦੇਣ ਦਾ ਜਿਹੜਾ ਟੈਨਿਓਰ ਹੈ ਇਟ ਇਜ਼ 36 ਮੰਥਸ। ਉਹ 2019 ਚ ਐਕਸਪਾਇਰ ਹੁੰਦਾ, ਪਰ ਉਹ ਟਰਮੀਨੇਟ ਕਰਤਾ 2017 ਚ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਭਾਰਤ ਦੇ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਆਪਣੇ ਹੱਕ ਲੈਣ ਦੇ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਤੇ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਹਮੇਸ਼ਾ ਹੀ ਪੈਂਡਿੰਗ ਵੀ ਰਹਿੰਦੇ ਨੇ ਤੇ ਅਦਾਲਤਾਂ ਦੇ ਵਿੱਚ ਜਾਣਾ ਪੈਂਦਾ ਕਿਉਂਕਿ ਬਹੁਤ ਸਾਰੇ ਫਰਾਡ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਤੇ ਅਦਾਲਤਾਂ ਤੋਂ ਹੀ, ਮਾਨਯੋਗ ਅਦਾਲਤ ਤੋਂ ਹੀ ਬਹੁਤ ਵਾਰ ਲੋਕਾਂ ਨੂੰ ਇਨਸਾਫ ਮਿਲਦਾ ਤੇ ਅਜਿਹੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ। ਪੁਸ਼ਪਿੰਦਰ ਸਿੰਘ ਹੋਰਾਂ ਦਾ ਇਹ ਕੇਸ ਹੈ, ਨਾਲ ਬਾਈ ਜੀ ਹੋਰੀ ਵੀ ਨੇ, ਕਲਾਇੰਟ ਨੇ। ਗੱਲਬਾਤ ਕਰਦੇ ਹਾਂ ਕਿ ਕਾਰਨ ਕੀ ਹੈ, ਕੀ ਫਰਾਡ ਹੋਇਆ, ਕੀ ਕੁਝ ਸਾਹਮਣੇ ਆਇਆ। ਬਾਗੜੀ ਸਾਹਿਬ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਕੀ ਕੇਸ ਸੀਗਾ, ਕੀ ਗੱਲ ਹੋਈ ਕਿ ਅਦਾਲਤ ਤੱਕ ਜਾਣਾ ਪਿਆ? ਦੇਖੋ, ਜਿਹੜਾ ਕਲਾਇੰਟ ਸੀ ਇਹਨੇ ਇੱਕ ਰੈਪੂਟਡ ਜਿਹੜਾ ਪ੍ਰੋਜੈਕਟ ਹੈ ਹੋਮਲੈਂਡ ਬਿਲਡ ਪ੍ਰਾਈਵੇਟ ਲਿਮਟਿਡ ਨੇ ਹੋਮਲੈਂਡ ਹਾਈਟਸ ਦਾ ਪ੍ਰੋਜੈਕਟ ਜਿਹੜਾ ਸੈਕਟਰ 70 ਮੋਹਾਲੀ ਦੇ ਵਿੱਚ ਜਿਹੜਾ ਇੱਕ ਪ੍ਰਾਈਮ ਟਰਾਈ ਸਿਟੀ ਦਾ ਏਰੀਆ ਜਿਹੜਾ ਸਭ ਤੋਂ ਮਹਿੰਗਾ ਮੰਨਿਆ ਜਾਂਦਾ, ਜਿੱਥੇ ਫਿਲਮ ਇੰਡਸਟਰੀ ਦੇ ਬਹੁਤ ਸਿਤਾਰੇ ਜਿਹੜੇ ਨੇ ਉੱਥੇ ਰਹਿ ਰਹੇ ਨੇ, ਉੱਥੇ ਬੁੱਕ ਕੀਤਾ ਸੀ ਇਹ 2015 ਚ। ਇਹ ਫਲੈਟ ਸੀ 3 BHK+1 ਜੀ, ਔਰ ਜੋ ਇਹਦਾ ਸੁਪਰ ਏਰੀਆ ਇਹ 1982.2 ਸਕੁਅਰ ਫੀਟ ਏਰੀਆ, ਜਿਹੜਾ ਸਭ ਤੋਂ ਪ੍ਰਾਈਮ ਤੇ ਵੱਡਾ ਜੀ, 2 BHK ਵਾਲੇ ਵੀ ਸੀ। ਔਰ ਇਹ 58,50,000 ਦੇ ਹਿਸਾਬ ਨਾਲ ਬੁੱਕ ਕੀਤਾ। ਜਿਹੜਾ ਐਗਰੀਮੈਂਟ ਐਗਜ਼ੀਕਿਊਟ ਕੀਤਾ ਡਿਵੈਲਪਰ ਨੇ ਉਹ ਕੀਤਾ 1 ਸਾਲ 2 ਮਹੀਨੇ ਤੋਂ ਬਾਅਦ, ਕਿਉਂਕਿ ਜਦੋਂ ਬੁਕਿੰਗ ਫਾਰਮ ਫਿਲ ਕੀਤਾ 2015 ਚ, 29/9/2015 ਨੂੰ ਜਦੋਂ ਬੁਕਿੰਗ ਫਾਰਮ ਕੀਤਾ ਉਦੋਂ 10 ਲੱਖ ਰੁਪਇਆ ਲੈ ਲਿਆ। 1 ਸਾਲ 2 ਮਹੀਨੇ ਉਹ ਆਪਣੀਆਂ NOCs ਕਿਉਂਕਿ ਮਾਈਟ ਵੀ ਨਹੀਂ ਹੋਣਗੀਆਂ, ਤਦੇ ਐਗਰੀਮੈਂਟ ਨਹੀਂ ਤਾਂ ਉਸੇ ਦਿਨ ਕਰਨਾ ਬਣਦਾ ਸੀ। 10 ਲੱਖ ਜਿਹੜਾ ਉਹ ਕਿਸ ਫਾਰਮ 'ਚ ਦਿੱਤਾ ਗਿਆ? ਉਹ ਬਾਈ ਵੇ ਆਫ DD ਉਹ ਅਕਾਊਂਟ 'ਚ ਦਿੱਤਾ ਗਿਆ। ਤੇ ਉਸ ਤੋਂ 1 ਸਾਲ ਬਾਅਦ ਜਿਹੜਾ ਹੈ ਉਹ ਐਗਰੀਮੈਂਟ 19/11/2016 ਨੂੰ ਐਗਰੀਮੈਂਟ ਜਿਹੜਾ ਐਗਜ਼ੀਕਿਊਟ ਕੀਤਾ ਜਾਂਦਾ। ਉਸ ਤੋਂ ਬਾਅਦ ਫਿਰ 2 ਲੱਖ DD ਜਿਹੜਾ ਹੈ
ਉਹ ਪ੍ਰੋਵਾਈਡ ਕੀਤਾ ਗਿਆ। ਫਿਰ 15/12/2016 ਨੂੰ ਇਹ 15 ਲੱਖ ਰੁਪਇਆ ਕੈਸ਼ ਦਿੱਤਾ ਗਿਆ ਜੀ, ਕਿਉਂਕਿ ਜਿਹੜੇ ਪੁਸ਼ਪਿੰਦਰ ਸੀ ਪਹਿਲਾਂ ਜਿਹੜਾ ਇਹ 'ਚ ਪਟੀਸ਼ਨਰ ਹੈ, ਇਹ ਬੇਸਿਕਲੀ ਪੰਜਾਬ ਪਹਿਲਾਂ ਇੱਥੋਂ ਸੀ, ਫਿਰ ਇਹ ਇਹਨੇ ਆਪਣਾ ਬਿਜ਼ਨਸ ਸੈੱਟ ਕਰਨ ਵਾਸਤੇ ਕੈਨੇਡਾ ਚਲੇ ਗਏ ਉਸ ਤੋਂ ਬਾਅਦ। ਤੇ ਇਹਦੇ ਨਾਲ ਗੱਲ ਕਰਕੇ ਗਏ ਬਕਾਇਦਾ। ਉਹ ਕਹਿੰਦਾ ਤੁਸੀਂ ਇੱਦਾਂ ਕਰੋ, ਅਮਾਊਂਟ ਸਾਨੂੰ 27 ਲੱਖ ਪਹਿਲਾਂ ਦੇ ਦਿਓ, ਜਦੋਂ ਬਾਕੀ ਪੋਜੈਸ਼ਨ ਦੇਣਾ ਹੋਊਗਾ ਉਦੋਂ ਤੁਸੀਂ ਸਾਨੂੰ ਅਮਾਊਂਟ ਦੇ ਦਿਓ। ਠੀਕ ਹੈ। ਕਿੰਨੇ ਸਮੇਂ 'ਚ ਪੋਜੈਸ਼ਨ ਦੇਣੀ ਸੀਗੀ? ਪੋਜੈਸ਼ਨ ਦੇਣੀ ਸੀ 36 ਮਹੀਨੇ ਦੇ ਅੰਦਰ 36 ਮਹੀਨੇ ਸ਼ੁਰੂ ਉਦੋਂ ਤੋਂ ਹੋਣੇ ਸੀ ਜਦੋਂ ਤੋਂ ਐਗਰੀਮੈਂਟ ਹੋਇਆ। ਐਗਰੀਮੈਂਟ ਹੋਇਆ 19/11/2016 ਚ। 36 ਮਹੀਨੇ 2019 ਤੱਕ ਬਣਦੇ ਸੀ। ਠੀਕ ਹੈ। ਕੰਪਲੀਟ ਕਰਕੇ ਟੈਂਟੇਟਿਵ ਟਾਈਮ ਸੀਗਾ। ਤੇ ਜਦੋਂ ਇਹ ਸਾਰਾ ਕੁਝ ਹੋ ਗਿਆ, ਜਿਹੜੀ 15/12/2016 ਨੂੰ 15 ਲੱਖ ਕੈਸ਼ ਦਿੱਤਾ ਸੀ, ਉਹਦੇ ਤੇ ਜਿਹੜੀ ਡੇਟ ਪਾਈ ਉਹਨੇ, ਉਹ ਡੇਟ ਪਾਈ 15/11/2016 ਰਸੀਟ ਤੇ। ਹਾਂ, ਇਹਨਾਂ ਨੇ ਕਿਹਾ ਵੀ ਤੁਸੀਂ ਇਹ ਡੇਟ ਗਲਤ ਪਾਤੀ। ਉਹਨੇ ਪੈਨ ਦੇ ਨਾਲ ਇਹ ਚੇਂਜ ਕਰਤੀ, ਅਮਾਊਂਟ 'ਚ ਚੇਂਜ ਨਹੀਂ ਕੀਤਾ, ਸਿਰਫ ਡੇਟ 'ਚ ਚੇਂਜ ਕੀਤਾ। ਉਹ ਕਰਤੀ 15/11/2016 ਕਿ ਗਲਤੀ ਨਾ ਪੈ ਗਈ, ਵੀ ਗਲਤੀ ਨਾਲ ਪੈ ਗਈ। ਉਹ ਰਸੀਟ ਓਰੀਜਨਲ ਸਾਡੇ ਕੋਲ ਸੀਗੀ। ਕੀ ਪਤਾ ਸੀ ਵੀ ਇਹਦੀ ਇੰਟੈਂਸ਼ਨ ਮੈਲਾਫਿਡੀ ਹੈ, ਉਦੋਂ ਉਸ ਟਾਈਮ ਤਾਂ ਨਹੀਂ ਪਤਾ ਸੀ। ਉਸ ਤੋਂ ਬਾਅਦ 2017 ਆਂਦਾ ਜਦੋਂ, ਕੁਛ ਕੁ ਇਹ ਫਲੈਟ ਕਿਉਂਕਿ ਇੰਨੀ ਤੇਜ਼ੀ ਨਾਲ ਬਣਾਏ ਜਾਂ ਆਈ ਡੋਂਟ ਨੋ ਟਾਈਮ ਪੀਰੀਅਡ ਤਾਂ ਪਿੱਛੇ ਸੀ। ਮੀਨਵਾਈਲ ਕੀ ਹੋਇਆ ਉੱਥੇ, ਸਿਤਾਰਿਆਂ ਨੇ ਜਦੋਂ ਉੱਗੇ ਪੰਜਾਬੀ ਇੰਡਸਟਰੀ ਦੇ, ਬਾਲੀਵੁੱਡ ਦੇ ਸਿਤਾਰਿਆਂ ਨੇ ਜਦੋਂ ਉੱਥੇ ਫਲੈਟ ਲਏ, ਤਾਂ ਉਹਦੀ ਜਿਹੜੀ ਪ੍ਰਾਈਜ਼ ਆ ਉਹ ਵੱਧ ਗਈ। ਉਹ 1.5 ਕਰੋੜ ਪੌਣੇ 2 ਕਰੋੜ ਰੁਪਏ ਤੱਕ ਦੀ ਕੀਮਤ ਹੋ ਗਈ। ਸਟਾਰਟਿੰਗ 'ਚ ਇਹਨਾਂ ਨੂੰ ਨਹੀਂ ਪਤਾ ਹੋਣਾ। ਉਹ ਹੀ ਟਰਨਡ ਗ੍ਰਿਡੀ। ਇਹਨੇ ਕੀ ਕੀਤਾ ਉਸ ਤੋਂ ਬਾਅਦ, ਆਪਣੇ ਵੱਲੋਂ ਹੀ 1/2/2017 ਨੂੰ, ਉਸ ਤੋਂ ਬਾਅਦ ਇੱਕ ਹਫ਼ਤੇ ਮਗਰੋਂ ਹੀ 7/1/2017 ਨੂੰ, ਇੱਕ ਉਸ ਤੋਂ ਬਾਅਦ ਹੋਰ ਨੋਟਿਸ 7-7 8-8 ਦਿਨਾਂ ਦੇ ਗੈਪ 'ਚ, ਜਿਹੜਾ ਐਡਰੈਸ ਇਹ ਚੇਂਜ ਕਰ ਗਿਆ ਸੀ ਉਹਨੂੰ ਇੰਟੀਮੇਟ ਕਰਕੇ ਉਸ ਐਡਰੈਸ ਤੇ ਕੱਢਿਆ ਪੁਸ਼ਪਿੰਦਰ ਨੂੰ ਕਿ ਵੀ ਤੂੰ ਉਹਨਾਂ ਕੋਲੇ ਜਿਹੜਾ ਐਡਰੈਸ ਸੀਗਾ ਹੋ ਸਕਦਾ ਉੱਥੇ ਭੇਜੇ ਇਹਨਾਂ ਨੋਟਿਸ ਤਾਂ ਉਹਨਾਂ ਨੇ। ਜਦੋਂ ਇਹ ਬੰਦਾ ਚੇਂਜ ਹੀ ਕਰ ਗਿਆ, ਇਹਨਾਂ ਨੇ ਜਿੱਥੇ ਇਹ ਕਿਉਂਕਿ ਰੈਂਟ ਤੇ ਰਹਿ ਰਿਹਾ ਸੀ ਉਸ ਟਾਈਮ, ਉੱਥੋਂ ਪਤਾ ਵੀ ਕੀਤਾ। ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਨਹੀਂ ਆਇਆ। ਨਹੀਂ, ਫਿਰ ਉਹ ਦਿੱਤਾ, ਤੁਸੀਂ ਇੰਟੀਮੇਟ ਕੀਤਾ ਉਹਨਾਂ ਨੂੰ ਇਸ ਗੱਲੋਂ ਕਿ ਅਸੀਂ ਜਦੋਂ ਬਾਹਰ ਜਾਣ ਤੋਂ ਪਹਿਲਾਂ, ਲੱਕੀਲੀ ਕੀ ਸੀ, ਇਹਨੇ ਜਾਣ ਤੋਂ ਪਹਿਲਾਂ ਇੱਕ ਐਪਲੀਕੇਸ਼ਨ ਦੇ ਫਾਰਮ 'ਚ ਉਹਨਾਂ ਨੂੰ ਦੇ ਗਿਆ ਉੱਥੇ ਕਿ ਮੈਂ ਐਡਰੈਸ ਚੇਂਜ ਕਰਕੇ ਬਰਵਾਲਾ ਪਿੰਡ 'ਚ ਸ਼ਿਫਟ ਕਰ ਰਿਹਾ ਕਿਉਂਕਿ ਇਸ ਤੋਂ ਬਾਅਦ ਮੈਂ ਕੈਨੇਡਾ ਚਲ ਜਾਣਾ। ਮੈਂ ਰੈਂਟ ਤੇ ਰਹਿ ਕੇ ਇੱਥੇ ਕੀ ਕਰਨਾ, ਰੈਂਟ ਪੇ ਕਰਕੇ। ਉਹਦੀ ਇੰਟੀਮੇਸ਼ਨ ਇਹਨਾਂ ਕੋਲ ਸੀਗੀ ਰਿਕਾਰਡ ਦੇ 'ਚ। ਉੱਥੇ ਨਹੀਂ ਇਹਨਾਂ ਨੇ ਕੋਈ ਨੋਟਿਸ ਦਿੱਤਾ। ਉਹ ਨੋਟਿਸ 3 ਨੋਟਿਸ 1 ਮਹੀਨੇ ਦੇ ਵਿੱਚ ਦੇ ਕੇ 18/2/2017 ਨੂੰ ਇਹ ਲਿਖ ਕੇ ਵੀ ਇਹ ਬੰਦਾ ਅਮਾਊਂਟ ਦੇਣ ਨਹੀਂ ਆ ਰਿਹਾ, ਉਹ ਅਲੋਟਮੈਂਟ ਟਰਮੀਨੇਟ ਕਰਤੀ, ਕੈਂਸਲ ਕਰਤੀ। ਠੀਕ ਹੈ। ਜਿਹੜਾ ਫਲੈਟ ਦੇਣਾ ਸੀਗਾ, ਜਿਹੜਾ ਫਲੈਟ ਨੰਬਰ 110 ਟਾਵਰ ਨੰਬਰ 5 ਚ ਜਿਹਦਾ ਐਗਰੀਮੈਂਟ ਹੋਇਆ ਸੀ, ਉਹ ਕੈਂਸਲ ਕਰਤਾ। ਉਹਨੇ ਕੈਂਸਲ ਕਰਤਾ। ਉਹ ਪੈਸਿਆਂ ਦਾ ਕੀ ਬਣਿਆ ਜਿਹੜੇ ਪੈਸੇ ਪਹਿਲਾਂ ਦਿੱਤੇ ਹੋਏ? ਫੋਰਫਿਟਡ। ਇਹਨਾਂ ਨੇ ਜਿਹੜਾ ਕਲੌਜ਼ ਬਣਾਉਂਦੇ ਨੇ ਇਹ ਬਿਲਡਰ, ਇਹ 100 ਜਿਹੜੀਆਂ ਕੰਡੀਸ਼ਨਸ ਨੇ ਆਪਣੇ ਹੱਕ 'ਚ ਰੱਖਦੇ ਨੇ ਪਹਿਲਾਂ ਜਿਹੜੇ ਸਾਈਨ ਕੀਤੇ ਹੁੰਦੇ ਨੇ, ਉਹਦੇ ਮੁਤਾਬਕ ਇਹਨਾਂ ਨੇ ਅੰਡਰ ਕਲੌਜ਼ 10 ਪੇਮੈਂਟ ਨਹੀਂ ਆਈ ਪੂਰੀ। ਹਾਂ, ਹੀ ਇਜ਼ ਨਾਟ ਰਿਸਪੋਂਡਿੰਗ ਐਂਡ ਹੀ ਇਜ਼ ਨਾਟ ਪੇਇੰਗ ਦੀ ਡਿਊ ਅਮਾਊਂਟ ਵਿਦਨ ਟਾਈਮ। ਸੋ ਐਜ਼ ਪਰ ਦੀ ਪ੍ਰੋਵੀਜ਼ਨ ਕੰਟੇਨਡ ਇਨ ਦੀ ਐਗਰੀਮੈਂਟ ਵੀ ਆਰ ਫੋਰਫਿਟਿੰਗ ਦੀ ਅਮਾਊਂਟ ਐਂਡ ਟਰਮੀਨੇਟਿੰਗ ਦੀ ਐਗਰੀਮੈਂਟ। ਪੁਸ਼ਪਿੰਦਰ ਬਾਹਰ ਚਲੇ ਜਾਂਦੇ ਨੇ, ਫਿਰ ਪਾਵਰ ਆਫ ਅਟਾਰਨੀ ਦੇ ਕੇ ਜਾਂਦੇ ਨੇ। ਯੈਸ, ਉਹ ਆਪਣੇ ਇੱਕ ਫਰੈਂਡ ਨੂੰ ਪਾਵਰ ਆਫ ਅਟਾਰਨੀ ਦਿੱਤੀ ਉਹਨਾਂ ਨੇ ਕਿਉਂਕਿ ਇੱਥੇ ਉਹ ਨਹੀਂ ਸੀ, ਆ ਵੀ ਨਹੀਂ ਸੀ ਸਕਦੇ। ਇੱਕ ਰਿਲੇਟਿਵ ਉਹਨਾਂ ਦੇ ਮਾਮਾ ਜੀ, ਚਾਚਾ ਜੀ ਸੀ ਰੀਅਲ, ਉਹਨਾਂ ਨੂੰ ਵੀ ਅਮਾਊਂਟ ਦੇਣ ਵੀ ਉਹੀ ਆਏ ਸੀ। ਤੇ ਜਦੋਂ 17 ਦੇ ਵਿੱਚ ਇਹਨਾਂ ਨੂੰ ਪਤਾ ਚੱਲਿਆ, ਇਹ ਫਿਰ ਵੀ ਉਹ ਭੇਜਦਾ ਰਿਹਾ। ਇਹਨਾਂ ਨੂੰ ਪਤਾ ਲੱਗਿਆ ਕਿ ਕੈਂਸਲੇਸ਼ਨ ਹੋ ਗਈ। ਕੈਂਸਲੇਸ਼ਨ ਦਾ ਨਹੀਂ ਪਤਾ ਚੱਲਿਆ। ਇਹ ਉਹਦੇ ਸੰਪਰਕ 'ਚ ਰਿਹਾ ਵੀ ਜੇ ਕਿਉਂਕਿ ਇਹਨਾਂ ਦੇ ਫਰੈਂਡ ਸਰਕਲ ਸੀ, ਦੱਸਦੇ ਸੀ ਵੀ ਕੰਮ ਤੇਜ਼ੀ ਨਾਲ ਚੱਲ ਰਿਹਾ, ਕੁਝ ਫਲੈਟ ਬਣ ਰਹੇ ਨੇ ਜਾਂ ਦੇ ਰਹੇ ਨੇ। ਜਿਹੜੀ ਰਿਮੇਨਿੰਗ ਅਮਾਊਂਟ 31,50,000 ਬਚਦੀ ਸੀ ਕਿਉਂਕਿ 27 ਲੱਖ ਰੁਪਏ ਇਹਨਾਂ ਨੂੰ ਪੇ ਕਰਤਾ ਸੀ ਅਸੀਂ। 31,50,000 ਰੁਪਏ ਜਿਹੜਾ ਪੁਸ਼ਪਿੰਦਰ ਦਾ ਰਹਿੰਦਾ ਸੀ, ਉਹ ਚੈੱਕ ਭਰ ਕੇ ਇਹ ਪ੍ਰੋਵਾਈਡ ਕਰਦੇ ਜਾਂਦੇ ਰਹੇ ਵੀ ਤੁਸੀਂ ਅਮਾਊਂਟ ਜਿਹੜੀ ਹੈ ਲੈ ਲਓ, ਸਾਡੇ ਕੋਲ ਅਮਾਊਂਟ ਹੈਗੀ ਹੈ, ਸਾਨੂੰ ਦੇ ਦਿਓ, ਸਾਨੂੰ ਪੋਜੈਸ਼ਨ ਵੀ ਦੱਸ ਦਿਓ ਕਦੋਂ ਦੇਣਾ। ਇਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਹਲੇ ਜਦੋਂ ਬਣ ਜਾਏਗਾ ਤੁਹਾਨੂੰ ਅਸੀਂ ਇੰਟੀਮੇਟ ਕਰਾਂਗੇ। ਇੱਕ ਪਾਸੇ ਕੈਂਸਲ ਕਰਤਾ, ਦੂਜੇ ਪਾਸੇ ਇਹੀ ਕਹਿੰਦੇ ਰਹੇ ਵਰਬਲੀ ਕਿ ਡਿਸਕਲੋਜ਼ ਨਹੀਂ ਕੀਤਾ। ਡਿਸਕਲੋਜ਼ ਤਾਂ ਉਦੋਂ ਕੀਤਾ ਜਦੋਂ ਇਹਨਾਂ ਨੂੰ ਉਹਨੇ ਫਲੈਟ ਦੇਣ ਤੋਂ ਹੀ ਮਨਾ ਕਰਤਾ। ਫਿਰ ਇਹ ਜਦੋਂ ਮੈਨੂੰ ਹਾਇਰ ਕੀਤਾ ਤੇ ਲੀਗਲ ਨੋਟਿਸ ਭੇਜਿਆ, ਉਹ 'ਚ ਰਿਪਲਾਈ ਆਈ ਵੀ ਇਹ ਤਾਂ ਅਸੀਂ 2017 'ਚ ਕੈਂਸਲ ਕਰਤਾ। ਪੋਜੈਸ਼ਨ ਦੇਣ ਦਾ ਜਿਹੜਾ ਟੈਨਿਓਰ ਹੈ ਇਟ ਇਜ਼ 36 ਮੰਥਸ, ਉਹ 2019 'ਚ ਐਕਸਪਾਇਰ ਹੁੰਦਾ, ਪਰ ਉਹ ਟਰਮੀਨੇਟ ਕਰਤਾ 2017 'ਚ।
ਤਾਂ ਕੋਰਟ ਦੇ 'ਚ ਕਿਉਂਕਿ ਅਮਾਊਂਟ ਜਿਹੜੀ ਸੀ ਉਹ ਮਤਲਬ ਜ਼ਿਆਦਾ ਸੀ, ਕਰੋੜ ਰੁਪਏ ਦੇ ਕਰੀਬ ਸੀ ਜਿਹੜਾ ਪ੍ਰੋਪਰਟੀ ਇਨ ਡਿਸਪਿਊਟ। ਸੋ ਇਹ ਸਟੇਟ ਕਮਿਸ਼ਨ ਜਿਹੜਾ ਹੈ ਸੈਕਟਰ 37 ਉੱਥੇ ਜੁਰਿਸਡਿਕਸ਼ਨ 'ਚ ਸੀ, ਉੱਥੇ ਆਪਾਂ ਨੇ ਇਹ ਕੰਪਲੇਂਟ ਅੰਡਰ ਸੈਕਸ਼ਨ 17 ਆਫ ਦੀ ਕੰਜ਼ਿਊਮਰ ਐਕਟ ਦੇ ਵਿੱਚ ਫਾਈਲ ਕੀਤੀ ਔਰ ਉਹਨਾਂ ਨੇ ਆਪਣਾ ਪ੍ਰੈਜ਼ੈਂਟ ਕੀਤਾ ਸਾਰਾ। ਅਸੀਂ ਓਰੀਜਨਲ ਰਸੀਟ ਲਾਈ ਕਿਉਂਕਿ ਉਹਨੇ ਪਹਿਲਾਂ ਹੀ ਡਰਾਫਟਿੰਗ ਡੀਟੇਲ ਦੇ ਵਿੱਚ ਕੀਤੀ ਗਈ ਸੀ ਮੇਰੇ ਦੁਆਰਾ। ਤੇ ਜਦੋਂ ਇਹਨਾਂ ਨੇ ਮਤਲਬ ਉੱਥੇ ਆਬਜੈਕਸ਼ਨ ਲਾਇਆ ਵੀ ਅਸੀਂ ਇਹ 'ਚ ਇਹਨਾਂ ਤੇ 340 ਦੇ ਅੰਡਰ ਮੁਕੱਦਮਾ ਕਰ ਦਾਂਗੇ, ਉਹ ਹੁੰਦਾ ਕਿ ਜੇ ਤੁਸੀਂ ਕੋਈ ਗਲਤ ਐਵੀਡੈਂਸ ਦਿੰਦੇ ਆ। ਤੁਸੀਂ ਰਸੀਟ 'ਚ ਜਿਹੜੀ ਚੇਂਜ ਕੀਤੀ ਹੈ ਜਿਹੜੀ, ਹਾਂ, ਉਹ ਕਹਿੰਦਾ ਤੁਸੀਂ ਇਹਨਾਂ ਦੀ ਰਸੀਟ ਫੈਬਰੀਕੇਟ ਹੈ, ਸਾਡੀ ਰਸੀਟ ਇਹ ਨਹੀਂ ਹੈ। 15 ਲੱਖ ਰੁਪਇਆ ਦੱਬ ਕੇ ਮਤਲਬ ਫੋਰਫਿਟ ਤਾਂ ਹੀ ਹੋਣਾ ਸੀ ਨਾ ਫਲੈਟ। ਤੇ ਮੈਂ ਸੇਮ ਪ੍ਰੋਵੀਜ਼ਨ ਦੇ ਵਿੱਚ ਐਜ਼ ਪਰ ਲਾਅ ਆਈ ਹੈ ਪ੍ਰੋਡਿਊਸਡ ਦੀ ਓਰੀਜਨਲ ਰਸੀਟ ਇਸ਼ੂਡ ਬਾਈ ਦੀ ਦਿਸ ਰਿਸਪੋਂਡੈਂਟ ਹੋਮਲੈਂਡ ਪ੍ਰਾਈਵੇਟ ਲਿਮਿਟਿਡ। ਉਹ ਵਿਦ ਜਦੋਂ ਓਰੀਜਨਲ ਔਨ ਰਿਕਾਰਡ ਆ, ਹੁਣ ਜੱਜ ਸਾਹਿਬ ਨੇ ਫਾਈਂਡਿੰਗ ਦਿੱਤੀ ਹੈ ਇੱਕ ਪੇਜ ਦੀ ਉਹਦੇ ਤੇ ਵੀ ਉਹਦੇ ਸਾਈਨ ਵੀ ਮਿਲਦੇ ਨੇ, ਸਟੈਂਪ ਵੀ ਮਿਲਦੀ ਹੈ, ਡੇਟ ਹੈ ਜਿਹੜੀ ਕਿ ਚੇਂਜ ਕੀਤੀ ਹੋਈ ਹੈ, ਜਿਹੜੀ ਕਿ ਅਸੀਂ ਆਪਣੀ ਫਾਈਲਿੰਗ ਦੇ ਟਾਈਮ ਇਹ ਡਿਸਕਲੋਜ਼ ਕਰਤਾ ਸੀ, ਉਹ ਵੀ ਜਜਮੈਂਟ 'ਚ ਕਵਰਡ ਆ ਮੇਰਾ। ਔਰ ਇਹਨੇ ਕਿਹਾ ਸੀ ਵੀ ਸਿਵਲ ਕੋਰਟ ਕੋਲ ਜਾਣਾ ਬਣਦਾ, ਉਹਦੇ ਤੇ ਵੀ ਮੇਰੀਆਂ 3-4 ਅਥਾਰਟੀਜ਼ ਮੈਂ ਫਾਈਲ ਕੀਤੀਆਂ ਸੀ। ਉਹ ਔਨਰੇਬਲ ਕੋਰਟ ਨੇ ਉਹ ਕੰਸੀਡਰ ਤੇ ਪੈਰੂਜ਼ ਕਰਕੇ ਉਹਦੇ ਤੇ ਫਾਈਂਡਿੰਗ ਦੇਣ ਵਾਸਤੇ ਇਹ ਡਾਇਰੈਕਸ਼ਨ ਕੀਤੀ ਹੈ ਕਿ ਸੇਮ ਫਲੈਟ ਇਰਰਿਸਪੈਕਟਿਵ ਤੁਸੀਂ ਕੈਂਸਲ ਕਰਤਾ, ਕਿਸੇ ਨੂੰ ਹੋਰ ਐਲੋਕੇਟ ਕਰਤਾ। ਜਿਹੜਾ ਫਲੈਟ ਨੰਬਰ 110 ਹੈ, ਟਾਵਰ ਨੰਬਰ 5 'ਚ ਹੈ, ਵਿਦਿਨ 45 ਡੇਜ਼ ਬੰਦੇ ਨੂੰ ਡਿਲੀਵਰ ਕਰ ਸੀ ਦੀ ਕੋਰਟਸ, ਈਵਨ ਦੋ ਟਾਈਮ ਮਤਲਬ 18 'ਚ ਫਾਈਲ ਕੀਤੀ ਸੀ ਔਰ ਜਜਮੈਂਟ ਜਿਹੜੀ ਹੈ ਇਹ ਪੁੱਛਣਾ ਸੀ ਕਿੰਨੀਆਂ ਹੀਅਰਿੰਗਸ ਹੋਈਆਂ ਤਕਰੀਬਨ। ਹੀਅਰਿੰਗ ਤੇ ਕਿਉਂਕਿ ਐਵੀਡੈਂਸ ਮੈਂ ਫਸਟ ਸਟੇਜ ਤੇ ਹੀ ਲਾਤਾ ਸੀ ਪੂਰਾ। ਆਰਗੂਮੈਂਟ ਪ੍ਰੀਲਿਮਿਨਰੀ ਐਪਲੀਕੇਸ਼ਨ ਮੇਰੇ ਵੱਲੋਂ ਲਾਈ ਗਈ ਸੀ ਕਿ ਇਹ ਰਿਜ਼ਰਵ ਕੀਤਾ ਜਾਵੇ ਫਲੈਟ, ਇਹਦਾ ਇੰਪਲਾਈਡ ਪੋਜੈਸ਼ਨ ਸਾਨੂੰ ਦੇ ਦਿੱਤਾ ਜਾਵੇ, ਤੇ ਕੋਰਟ ਨੇ ਕਿਹਾ ਅਸੀਂ ਫਾਈਨਲੀ ਡਿਸਾਈਡ ਕਰਾਂਗੇ। ਠੀਕ ਆ, ਹੁਣ ਫੈਸਲਾ ਕੀ ਆਇਆ ਦੁਬਾਰਾ ਦੱਸੋ। ਫੈਸਲਾ ਹੁਣ ਆਇਆ ਕਿ ਵੀ ਸੇਮ ਫਲੈਟ ਹੈ ਜਿਹੜਾ ਉਹੀ ਫਲੈਟ ਉਹੀ ਟਾਵਰ 'ਚ ਇਹਨਾਂ ਨੂੰ ਕਨਵਿੰਸ ਤੇ ਟ੍ਰਾਂਸਫਰ ਡੀਡ ਬਣਾ ਕੇ ਵਿਦ ਕਲੀਅਰੈਂਸ ਸਰਟੀਫਿਕੇਟ ਉਸੇ ਰੇਟ ਤੇ ਜਿਹੜੇ ਯੈਸ ਇਰਰਿਸਪੈਕਟਿਵਲੀ ਅੱਜ 2.25 ਕਰੋੜ ਰੁਪਇਆ ਰੇਟ ਹੈ, ਬਟ ਦੀ ਹੋਮਲੈਂਡ ਪ੍ਰਾਈਵੇਟ ਲਿਮਿਟਿਡ ਹੈਜ਼ ਬੀਨ ਡਾਇਰੈਕਟਡ ਟੂ ਹੈਂਡ ਓਵਰ ਦੀ ਸੇਮ ਫਲੈਟ with the agreed amount of 58,50,000 ਮਤਲਬ 58.5 ਲੱਖ ਰੁਪਏ 'ਚ। ਔਰ ਜੋ ਇਹਨਾਂ ਤੇ ਅੱਗੇ ਮਤਲਬ ਕੋਸਟ ਵਿਦ ਕੋਸਟ ਕੀਤਾ 31,000 ਕੋਸਟ ਪਾਈ ਹੈ, ਤੇ ₹10 ਪਰ ਸਕੁਅਰ ਫੀਟ ਇਹਨਾਂ ਤੇ ਚਾਰजेस ਵੀ ਦੇਣ ਲਈ ਕੀਤਾ ਵੀ ਜਿਹੜੀ ਰਿਮੇਨਿੰਗ ਅਮਾਊਂਟ ਹੈ ਜਿਹੜਾ ਤੁਸੀਂ ਇਹਨਾਂ ਨੂੰ ਦੇਣਾ ਉਹ ਡਿਡਕਟ ਕਰਕੇ ਦੇਣਾ। ਠੀਕ ਹੈ, ਜਿਹੜੀ ਕਿ ਰਿਲੀਫ ਦੇ ਆਰ ਆਲਸੋ ਸੈਟੀਸਫਾਈਡ ਈਵਨ ਦੋ ਅਸੀਂ ਹੋਰ ਕੁਝ ਬਹੁਤ ਕੁਝ ਮੰਗਿਆ ਸੀ। ਚਲੋ ਐਨੀ ਹਾਓ ਫੇਵਰ 'ਚ ਆਇਆ ਐਂਡ ਲੈਟਸ ਹੋਪ ਫਾਰ ਦੀ ਬੈਸਟ। ਤੇ ਹੁਣ ਉਮੀਦ ਹੈ ਤੁਹਾਨੂੰ ਕਿ ਹੁਣ ਅਦਾਲਤ ਦੇ ਵੱਲੋਂ ਫੈਸਲਾ ਆ ਗਿਆ, ਚਲੋ ਵਕੀਲ ਸਾਹਿਬ, ਪਰ ਇੱਕ ਤਾਂ ਉਹਨਾਂ ਕੋਲ ਵੀ ਹਜੇ ਹੈਗਾ ਰਾਈਟ ਕਿ ਉਹ ਦੁਬਾਰਾ ਰਿਵਿਊ ਪਟੀਸ਼ਨ ਵੀ ਪਾ ਸਕਦੇ ਨੇ। ਨਹੀਂ, ਉਹ ਰਾਈਟ ਰਿਵੀਜ਼ਨ ਦਾ ਰਾਈਟ ਹੈ, ਬਟ ਜਦੋਂ ਕੰਜ਼ਿਊਮਰ ਕੋਰਟ ਦੀ ਬੇਸਿਕ ਫਾਈਂਡਿੰਗ ਆਉਂਦੀ ਹੈ, ਜਿਵੇਂ ਤੁਸੀਂ ਅਪੀਲ 'ਚ ਜਾਣਾ ਤਾਂ ਉੱਥੇ ਕੰਡੀਸ਼ਨ ਹੁੰਦੀ ਹੈ ਵੀ ਤੁਸੀਂ ਇੰਨੇ % ਪਹਿਲਾਂ ਪੇ ਕਰਨਾ ਫਿਰ ਤੁਸੀਂ ਜਾ ਸਕਦੇ ਹੋ। ਹੁਣ ਇਹਦੇ 'ਚ ਤਾਂ ਕੁਐਸਚਨ ਹੀ ਬੜਾ ਟੈਕਨੀਕਲ ਹੋ ਗਿਆ ਕਿਉਂਕਿ ਫਲੈਟ ਸੇਮ ਦੇਣਾ ਹੈ ਨਾ। ਲੈਟਸ ਸੀ ਵਟ ਦੇ ਆਰ ਪ੍ਰੂਵਿੰਗ ਫਾਰ ਦੀ ਸੇਮ, ਅਦਰਵਾਈਜ਼ ਜੋ ਐਵੀਡੈਂਸ ਪ੍ਰੂਵ ਕਰਨਾ ਸੀ ਇਟ ਇਜ਼ ਰਨਿੰਗ ਇਨ 25-30 pages detailed judgment, and very first step is in favor of the complainant ਪੁਸ਼ਪਿੰਦਰ ਸਿੰਘ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਦੋਂ ਉਹ ਅਮਾਉਂਟ ਦਿੱਤੀ ਸੀਗੀ ਉਤੇ ਬਾਅਦ ਸਮੇਂ ਸਿਰ ਨਹੀਂ ਮਿਲਿਆ ਫਲੈਟ ਤੇ ਬਾਅਦ ਵਿੱਚ ਕੈਂਸਲ ਹੋ ਗਿਆ ਤੇ ਹੁਣ ਅਦਾਲਤ ਦੇ ਵੱਲੋਂ ਫੈਸਲਾ ਹੱਕ 'ਚ ਆਇਆ, ਕਹਿਣਾ ਚਾਹੁੰਦੇ ਹੋ ਤੁਸੀਂ? ਚੰਗਾ ਲੱਗਿਆ ਜੀ ਅਦਾਲਤ ਦਾ ਫੈਸਲਾ ਸੀਗਾ, ਕਿਉਂਕਿ ਆਪਾਂ ਪਹਿਲੇ ਦਿਨ ਤੋਂ ਹੀ ਉਹਨਾਂ ਨਾਲ ਇਹੀ ਗੱਲ ਕਰਦੇ ਸੀਗੇ ਸਾਨੂੰ ਫਲੈਟ ਦੇ ਦਿਓ। ਗੱਲ ਪੇਮੈਂਟ ਦੀ ਤਾਂ ਸੀਗੀ ਨਹੀਂ, ਜਿਹੜੀ ਉਹਨਾਂ ਦੀ ਪੇਮੈਂਟ ਬਣਦੀ ਸੀਗੀ ਜਿੱਦਾਂ ਉਹਨਾਂ ਦਾ ਐਗਰੀਮੈਂਟ ਦੇ ਵਿੱਚ ਸਿਸਟਮ ਸੀਗਾ, ਅਸੀਂ ਪਹਿਲੇ ਦਿਨ ਤੋਂ ਹੀ ਇਹਨਾਂ ਨੂੰ ਐਡਵਾਂਸ ਪੇਮੈਂਟ ਜ਼ਿਆਦਾ ਦੇ ਕੇ ਚੱਲੇ। ਤੇ ਬਾਅਦ 'ਚ ਸਿਰਫ ਕਿਉਂਕਿ ਆਪਸਦਾਰੀ ਦੀ ਸੀਗੀ ਗੱਲਬਾਤ, ਉਦੋਂ ਇਹਨਾਂ ਨਾਲ ਇਹੀ ਗੱਲਬਾਤ ਹੋਈ, ਕਹਿੰਦੇ ਵੀ ਜਿਹੜੀ ਬਾਕੀ ਪੇਮੈਂਟ ਰਹਿ ਗਈ ਤੁਸੀਂ ਸਾਨੂੰ ਪੋਜੈਸ਼ਨ 'ਤੇ ਦੇ ਦਿਓ। ਅਸੀਂ ਉਹਦਾ ਚੈੱਕ ਲੈ ਕੇ ਇਹਨਾਂ ਕੋਲ ਜਾਂਦੇ ਰਹੇ ਕਿ ਤੁਸੀਂ ਸਾਨੂੰ ਇਹਦਾ ਪੋਜੈਸ਼ਨ ਦੇ ਦਿਓ। ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਫਲੈਟ ਕੰਮ ਚੱਲ ਰਿਹਾ ਕਿ ਪੋਜੈਸ਼ਨ ਦੇਣ ਲੱਗ ਗਏ, ਉਹਦੇ ਮੁਤਾਬਕ ਅਸੀਂ ਇਹਨਾਂ ਕੋਲ ਜਾਂਦੇ ਰਹੇ। ਤੇ ਫਿਰ ਇਹਨਾਂ ਨੇ ਇਹੀ ਗੱਲ ਰੱਖੀ, ਉਦੋਂ ਤੱਕ ਸਾਨੂੰ ਡਿਸਕਲੋਜ਼ ਨਹੀਂ ਕੀਤਾ ਕਿ ਅਸੀਂ ਤੁਹਾਡਾ ਫਲੈਟ ਕੈਂਸਲ ਕਰਤਾ। ਜਦੋਂ ਬਾਅਦ 'ਚ ਫਿਰ ਇਹ ਸਾਨੂੰ ਕੋਈ ਵੀ ਇਹਨਾਂ ਨੇ ਹੱਥ ਵਾਲਾ ਨਹੀਂ ਦਿੱਤਾ ਇਸ ਗੱਲੋਂ, ਬਿਲਕੁਲ ਕਿ ਤੁਹਾਨੂੰ ਫਲੈਟ ਦੇ ਦਾਂਗੇ, ਹਾਂ ਜੀ, ਜਦੋਂ ਤੁਹਾਨੂੰ ਪੋਜੈਸ਼ਨ ਦੇਵਾਂਗੇ ਉਦੋਂ ਤੁਹਾਡੇ ਤੋਂ ਪੇਮੈਂਟ ਲੈ ਲਾਂਗੇ। ਤੁਹਾਨੂੰ ਕੀ ਲੱਗਦਾ ਕਿ ਕਿਉਂ ਹੋ ਗਿਆ ਇਦਾਂ, ਕਾਰਨ ਕੀ ਰਿਹਾ? ਇਹੀ ਕਾਰਨ ਸੀਗਾ ਜੀ ਕਿ ਰੇਟ ਹੈ ਜਿਹੜੇ ਉਹ 2 ਤੋਂ 3 ਗੁਣਾ ਵੱਧ ਗਏ ਨੇ। ਉਸੇ ਚੀਜ਼ ਦੇ ਲਈ ਇਹਨਾਂ ਨੂੰ ਇਹ ਸੀਗਾ ਕਿ ਛੱਡੋ ਹੁਣ ਕੀ ਲੋੜ ਹੈ, ਕੈਂਸਲ ਕਰ ਦਿਓ।
ਕਿਉਂਕਿ ਇਦਾਂ ਥੋੜੀ ਹੁੰਦਾ ਜੀ, ਜਦੋਂ ਐਗਰੀਮੈਂਟ ਹੁੰਦਾ ਤੁਹਾਨੂੰ ਪੇਮੈਂਟ ਦੇ ਰਹੇ ਨੇ ਜਿਹਦੇ ਮੁਤਾਬਕ ਜੋ ਵੀ ਤੁਹਾਡੀ ਡੀਲ ਹੋਈ ਹੈ ਅਸੀਂ ਉਸੇ ਡੀਲ ਤੇ ਖੜੇ ਨੇ, ਤੇ ਅੱਜ ਤੁਸੀਂ ਬਿਨਾਂ ਇਨਫੋਰਮੇਸ਼ਨ ਤੋਂ ਕਿਸੇ ਨੂੰ ਚੱਕ ਕੇ ਕੈਨਸਲ ਕਰ ਦਿਓ। ਕਿਤੇ ਇਸ ਤਰ੍ਹਾਂ ਤਾਂ ਨਹੀਂ ਸੀ ਤੁਹਾਤੋਂ ਵੀ ਪੈਸੇ ਵੱਧ ਮੰਗ ਰਹੇ ਸੀਗੇ ਜਾਂ ਉਸ ਤਰ੍ਹਾਂ ਦੀ ਡੀਲ ਕਰਨਾ? ਨਹੀਂ, ਇਹੋ ਜੀ ਕੋਈ ਇਹਨਾਂ ਨੇ ਗੱਲ, ਕਿਉਂਕਿ ਅਸੀਂ ਜਾਂਦੇ ਰਹੇ ਇਹਨਾਂ ਕੋਲ, ਅਸੀਂ ਤਾਂ ਇਹ ਚੀਜ਼ ਕਹਿੰਦੇ ਰਹੇ ਵੀ ਜਿਹੜੀ ਸਾਡੀ ਪੇਮੈਂਟ ਰਹਿੰਦੀ ਹੈ ਤੁਸੀਂ ਉਹਦਾ ਚੈੱਕ ਲੈ ਲਓ ਸਾਨੂੰ, ਠੀਕ ਹੈ, ਤੇ ਤੁਸੀਂ ਸਾਨੂੰ ਰਜਿਸਟਰੀ ਕਰਾਓ ਉਹਦੀ, ਤੇ ਪਰ ਨਹੀਂ, ਇਹਨਾਂ ਨੇ ਇਦਾਂ ਹੋਇਆ ਜੀ। ਚਲੋ ਬਹੁਤ ਧੰਨਵਾਦ ਤੁਹਾਡਾ ਬਾਗੜੀ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ। ਸੋ ਹੁਣ ਜਿਹੜਾ ਅਦਾਲਤ ਦੇ ਵੱਲੋਂ ਫੈਸਲਾ ਜ਼ਰੂਰ ਆਇਆ, 45 ਦਿਨ ਦੇ ਵਿੱਚ ਕਿਹਾ ਗਿਆ ਕਿ ਜਿਹੜਾ 110 ਨੰਬਰ ਫਲੈਟ ਹੈਗਾ ਉਹੀ ਦੁਆਰਾ ਤੋਂ ਉਹੀ ਜਿਹੜਾ ਇਹਨਾਂ ਨੇ ਬੁੱਕ ਕਰਾਇਆ ਸੀਗਾ, ਜਿਹਦੇ ਪੈਸੇ ਵੀ ਦਿੱਤੇ ਗਏ, ਉਹੀ ਐਗਰੀਮੈਂਟ ਦੇ ਮੁਤਾਬਕ ਦਿੱਤਾ ਜਾਵੇ। ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕੁਝ ਅੱਗੇ ਹੁੰਦਾ ਹੈ। ਫਿਲਹਾਲ ਇਸ ਪੇਸ਼ਕਸ਼ ਚੰਨਾ ਹੀ, ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।